ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਨਾਮ ਪਦਾਰਥ ਪਾਈਐ, ਅਚਿੰਤ ਵਸੈ ਮਨ ਆਏ। ਜਨਮ ਮਰਨ ਦੁਖ ਕਟੀਐ, ਹਉਮੈ ਮਮਤਾ ਜਾਏ। ਉੱਤਮ ਪਦਵੀ ਪਾਈਐ, ਸੱਚੇ ਰਹੈ ਸਮਾਏ। ਨਾਨਕ ਪੂਰਬ ਜਿਨ ਕੋ ਲਿਖਿਆ, ਤਿਨਾ ਸਤਿਗੁਰ ਮਿਲਿਆ। ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ, ਕਲਯੁਗ ਬੋਹਿਥ ਹੋਏ। ਗੁਰਮੁਖ ਹੋਵੈ ਸੋ ਪਾਰ ਪਵੈ, ਜਿਨਾ ਅੰਦਰ ਸੱਚਾ ਸੋਏ। ਨਾਮ ਸੰਭਾਲੇ ਨਾਮ ਸੰਗ੍ਰਹਿ, ਨਾਮੇ ਹੀ ਪਤ ਹੋਏ। ਨਾਨਕ ਸਤਿਗੁਰ ਪਾਇਆ, ਕਰਮ ਪ੍ਰਾਪਤ ਹੋਏ। ਪੌੜੀ। ਆਪੇ ਪਾਰਸ ਆਪ ਤਹਤ ਹੈ, ਆਪ ਕੀ ਤੋਨ ਕੰਚਨ। ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ। ਆਪੇ ਸਭ ਕਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਾਮ। ਆਪ ਵਿਵੇਕ ਆਪ ਸਭ ਬੇਤਾ, ਆਪੇ ਗੁਰਮੁਖ ਭੰਜਨਾ। ਜਨ ਨਾਨਕ ਸਲਾਹੇ ਨਾ ਰਜੈ, ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਨ। ਜਨ ਨਾਨਕ ਸਲਾਹੇ ਨਾ ਰਜੈ, ਤੁਧ ਕਰਤੇ ਤੂੰ ਹਰ ਸੁਖ ਦਾਤਾ ਵਡਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਉਪਰੰਤ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਬਿਹਾਗੜੇ ਦੀ ਵਾਰ ਦਾ ਹੈ, ਜਿਸ ਵਿੱਚ 2 ਸ਼ਲੋਕ ਅਤੇ 1 ਪੌੜੀ ਹੈ। ਦੋਨੋਂ ਹੀ ਸ਼ਲੋਕ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਨੇ, ਅਤੇ ਪੌੜੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ। ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਿਰਧ ਅਵਸਥਾ ਦੇ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆਣ ਕੇ ਸੇਵਾ ਸਾਂਭੀ ਸੀ। ਅਤੇ ਸੇਵਾ ਵਿੱਚ ਉਹਨਾਂ ਨੂੰ ਕੀ ਮਿਲਿਆ, ਕਿੰਨਾ ਕੁ ਆਨੰਦ ਆਇਆ ਹੋਵੇਗਾ, ਉਹ ਕਹਿਣ ਅਤੇ ਸੁਣਨ ਤੋਂ ਬਾਹਰ ਸੀ। ਸੋ ਇਹ ਫਲ ਦੇ ਸਹਿਤ ਹੁੰਦੀ ਹੈ ਸੇਵਾ। ਬਸ ਚਿੱਤ ਲਾ ਕੇ ਸੇਵਾ ਕਰਨੀ ਪੈਂਦੀ ਹੈ। ਬੱਧਾ ਚੱਟੀ ਵਾਲਾ ਨਾ ਕੰਮ ਹੋਵੇ, ਮਨ ਦੇ ਵਿੱਚ ਕ੍ਰੋਧ ਆ ਜਾਵੇ, ਮੱਥੇ ਵੱਟ ਪੈ ਜਾਵੇ, ਮੈਂ ਤਾਂ ਘਰ ਜਾਣਾ ਸੀ ਅਤੇ ਮੈਨੂੰ ਆਹ ਕੰਮ ਕਹਿ ਦਿੱਤਾ। ਹੁਣ ਗੁਰੂ ਦੇ ਦਰਬਾਰ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਗੁਰੂ ਨੇ ਜਿਹੜੀ ਸੇਵਾ ਕਹਿਣੀ ਉਹੀ ਉਹ ਕਰਨੀ। ਸਤਿਗੁਰੂ ਜੀ ਗੁਰਸਿੱਖਾਂ ਅੰਦਰ ਵਰਤਦੇ ਨੇ, ਸਿੱਖਾਂ ਦੇ ਰੂਪ ਦੇ ਵਿੱਚ ਵਰਤ ਕੇ ਅਤੇ ਸੇਵਾਦਾਰ ਨੂੰ ਸੇਵਾ ਦੱਸਦੇ ਨੇ। ਸੋ ਫਿਰ ਅਸਲ ਪਛਾਣ ਤਾਂ ਉੱਥੇ ਹੀ ਆਉਂਦੀ ਹੈ, ਜਦੋਂ ਇੱਕ ਸਿੱਖ ਦੇ ਅੱਗੇ ਹੱਥ ਜੋੜ ਕੇ 7 ਬਚਨ ਜੀ ਅਤੇ ਸਿੱਖ ਕੋਈ ਸੇਵਾ ਦੱਸਦਾ ਹੈ ਅਤੇ ਉਸ ਸੇਵਾ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ, ਅਤੇ ਉਹ ਇਹ ਸਮਝਦਾ ਕਿ ਇਹ ਮੇਰੇ ਗੁਰੂ ਦਾ ਹੁਕਮ ਹੈ। ਇਹ ਅਵਸਥਾ ਜਦੋਂ ਬਣ ਜਾਂਦੀ ਹੈ,
ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਬੜਾ ਆਨੰਦ ਬਖਸ਼ਿਸ਼ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਦੀ ਅਵਸਥਾ ਬਣ ਚੁੱਕੀ ਸੀ, ਹਾਲਾਂਕਿ ਕੁੜਮਾਂ ਦਾ ਸਾਕ ਸੀ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿ ਜੇ ਕੋਈ ਬੱਚਾ ਵੀ ਕਹਿ ਦਿੰਦਾ ਸੀ ਸੇਵਾ, ਉਸ ਨੂੰ ਵੀ ਗੁਰੂ ਦਾ ਹੁਕਮ ਮੰਨ ਕੇ ਕਰਦੇ ਸੀ। ਅਤੇ ਕੋਈ ਵੀ ਉਹਨਾਂ ਨੂੰ ਸੇਵਾ ਕਹਿ ਦਿੰਦਾ, ਉਹਨਾਂ ਦਿਨਾਂ 'ਚ ਪਾਣੀ ਲਿਆਉਣ ਦੀ ਸੇਵਾ ਅਤੇ ਬਾਲਣ ਲਿਆਉਣ ਦੀ ਸੇਵਾ ਜ਼ਿਆਦਾ ਹੁੰਦੀ ਸੀ। ਪਾਣੀ ਬੜਾ ਲੱਗਦਾ ਹੁੰਦਾ ਸੀ ਲੰਗਰਾਂ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਲਈ ਲੰਗਰ ਪੱਕਣਾ, ਅਤੇ ਬਾਲਣ ਵੀ ਬੜਾ ਲੱਗਦਾ ਹੁੰਦਾ ਸੀ। ਅਤੇ ਜਦੋਂ ਤਾਂ ਪਾਣੀ ਤੋਂ ਵਿਹਲੇ ਹੋ ਗਏ, ਬਾਲਣ ਲੈਣ ਤੁਰ ਪੈਂਦੇ ਸੀ। ਬਾਲਣ ਤੋਂ ਵਿਹਲੇ ਹੋ ਗਏ, ਫਿਰ ਪਾਣੀ ਲੈਣ ਤੁਰ ਪੈਂਦੇ ਸੀ। ਅਤੇ ਅੰਮ੍ਰਿਤ ਵੇਲੇ ਸ਼ੁਰੂ ਕਿੱਥੋਂ ਕਰਦੇ ਸੇਵਾ? ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ਼ਨਾਨ ਕਰਨ ਵਾਸਤੇ ਗਾਗਰ ਜਲ ਦੀ ਭਰ ਕੇ ਲੈ ਕੇ ਆਉਂਦੇ ਸੀ, ਇੱਥੋਂ ਸ਼ੁਰੂ ਕਰਦੇ ਸੀਗੇ। ਚਿੱਤ ਲਾ ਕੇ ਸੇਵਾ ਕੀਤੀ। ਅਤੇ ਇਹੋ ਹੀ ਗੱਲ ਗੁਰੂ ਅਮਰਦਾਸ ਜੀ ਹੁਣ ਕਹਿ ਰਹੇ ਨੇ, ਕਹਿੰਦੇ ਜੇ ਕੋਈ ਚਿੱਤ ਲਾ ਕੇ ਕਰੇ, ਨਾਮ ਪਦਾਰਥ ਪਾਈਐ ਚਿੰਤ ਵਸੈ ਮਨ ਆਏ। ਇਹ ਜਿਹੜੇ ਚਾਰ ਪਦਾਰਥ ਨੇ, ਮੋਕਸ਼ ਪਦਾਰਥ, ਗਿਆਨ ਪਦਾਰਥ ਅਤੇ ਜਨਮ ਪਦਾਰਥ, ਨਾਮ ਪਦਾਰਥ। ਸੋ ਫਿਰ ਜੇ ਨਾਮ ਪਦਾਰਥ ਕਿਹਾ ਤਾਂ ਇਹਦਾ ਮਤਲਬ ਵੀ ਚਾਰੇ ਪਦਾਰਥ ਮਿਲ ਗਏ। ਫਿਰ ਚਾਰੇ ਪਦਾਰਥ ਸੇਵਾ ਦੇ ਵਿੱਚੋਂ ਪ੍ਰਾਪਤ ਹੋ ਜਾਂਦੇ ਨੇ ਕਹਿੰਦੇ। ਅਤੇ ਸੁਤੇ ਹੀ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਮਨ ਵਿੱਚ ਵਸ ਜਾਂਦਾ। ਇੰਝ ਪਰਮਾਤਮਾ ਨੂੰ ਮਿਲਣ ਵਾਸਤੇ, ਪਰਮਾਤਮਾ ਨੂੰ ਮਨ ਵਿੱਚ ਵਸਾਉਣ ਵਾਸਤੇ, ਉਹਦੇ ਦਰਸ਼ਨਾਂ ਲਈ ਕੋਈ ਵੱਖਰਾ ਵਿਸ਼ੇਸ਼ ਯਤਨ ਕਰਨਾ ਹੀ ਨਹੀਂ ਪੈਂਦਾ। ਸੇਵਾ ਕਰਦਿਆਂ ਕਰਦਿਆਂ ਜਦੋਂ ਅੰਦਰੋਂ ਨਿਹਕਾਮੀ ਹੋ ਜਾਂਦਾ, ਸੁਆਮੀ ਪ੍ਰਾਪਤ ਹੋ ਜਾਂਦਾ ਜੀ। ਜਦੋਂ ਕਾਮ ਰਹਿਤ ਹੋ ਗਿਆ ਨਾ ਸੇਵਾ ਕਰਦਿਆਂ ਕਰਦਿਆਂ, ਅਤੇ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਪਰਮਾਤਮਾ ਅੰਦਰ ਹੀ ਆਣ ਕੇ ਕਹਿੰਦੇ ਵਸ ਜਾਂਦਾ। ਜਨਮ ਮਰਨ ਦੁੱਖ ਕੱਟੀਐ ਹਉਮੈ ਮਮਤਾ ਜਾਏ। ਜਿਹੜਾ ਸੇਵਾਦਾਰ ਆ, ਸੇਵਾ ਕਰਨੇ ਵਾਲਾ, ਉਹਦਾ ਸਭ ਤੋਂ ਭਿਆਨਕ ਦੁੱਖ ਜਨਮ ਦਾ ਅਤੇ ਮੌਤ ਦਾ ਉਹ ਕੱਟਿਆ ਜਾਂਦਾ ਹੈ। ਅਤੇ ਹਉਮੈ ਕਰਕੇ ਹੀ ਜਗਤ ਦੀ ਉਤਪਤੀ ਹੈ। ਮਮਤਾ ਕਰਕੇ ਹਉਮੈ ਆ, ਹਉਮੈ ਕਰਕੇ ਉਤਪਤੀ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੁਆ। ਹਉਮੈ ਕਰਕੇ ਉਤਪਤੀ ਹੈ। ਮਮਤਾ ਵੀ ਚਲ ਗਈ ਅਤੇ ਹਉਮੈ ਵੀ ਚਲੀ ਜਾਂਦੀ ਕਹਿੰਦੇ ਸੇਵਾ ਕਰਦਿਆਂ ਕਰਦਿਆਂ। ਉੱਤਮ ਪਦਵੀ ਪਾਈਐ ਸੱਚੇ ਰਹਿ ਸਮਾਏ। ਤੁਰੀ ਅਵਸਥਾ ਉਹ ਪਦਵੀ ਜੋ ਤਿੰਨਾਂ ਗੁਣਾਂ ਤੋਂ ਉੱਪਰ ਹੈ। ਅਫੁਰ ਸਮਾਧੀ, ਕੋਈ ਫੁਰਨਾ ਨਹੀਂ ਫੁਰਦਾ, ਉਹ ਪਦਵੀ ਪਾਉਂਦਾ ਹੈ। ਅਤੇ ਹਰ ਵਕਤ ਸੱਚ ਦੇ ਵਿੱਚ ਫਿਰ ਇਹ ਸਮਾ ਕੇ ਰਹਿੰਦਾ ਜੀ। ਨਾਨਕ ਪੂਰਬ ਜਿਨ ਕੋ ਲਿਖਿਆ ਤਿਨਾ ਸਤਿਗੁਰ ਮਿਲਿਆ ਆਏ। ਪੂਰੇ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ, ਪੂਰੇ ਗੁਰੂ ਦੇ ਨਾਲ ਮੇਲ ਹੋਣਾ ਹੈ, ਪੂਰੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਜਾਣਾ ਹੈ। ਐਵੇਂ ਥੋੜ੍ਹੀ ਕਿਤੇ ਹੋ ਜਾਂਦਾ। ਜਿਨ੍ਹਾਂ ਦਾ ਪੂਰਬਲਾ ਸ਼ੁਭ ਕਰਮ ਚੰਗਾ ਲਿਖਿਆ ਹੁੰਦਾ ਹੈ, ਕਹਿੰਦੇ ਉਸ ਨੂੰ ਪੂਰੇ ਗੁਰੂ ਦੇ ਨਾਲ ਉਸ ਦਾ ਮੇਲ ਹੁੰਦਾ ਹੈ, ਪੂਰੇ ਗੁਰੂ 'ਤੇ ਭਰੋਸਾ ਵੱਜਦਾ ਹੈ, ਅਤੇ ਪੂਰੇ ਗੁਰੂ ਦੀ ਸੇਵਾ ਕਰਨ ਦਾ ਉਸ ਨੂੰ ਮੌਕਾ ਮਿਲਦਾ। ਕਹਿੰਦੇ ਮਹੱਲਾ ਤੀਜਾ। ਨਾਮ ਰਤਾ ਸਤਿਗੁਰੂ ਹੈ ਕਲਯੁਗ ਬੋਹਿਤ ਹੋਏ। ਸਤਿਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਦੱਸਦੇ ਨੇ, ਕਹਿੰਦੇ ਭਾਈ ਸਤਿਗੁਰੂ ਉਹ ਹੈ ਜਿਹੜਾ ਨਾਮ ਦੇ ਵਿੱਚ ਤਨ ਕਰਕੇ ਮਨ ਕਰਕੇ ਰਤਿਆ ਹੋਇਆ। ਰਤੇ ਸਹੀ ਜੇ ਮੁਖ ਨਾ ਮੁੜਾਨਾ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕੇ ਪਾਸ। ਰਤੇ ਹੋਏ ਨੇ ਪ੍ਰੇਮ ਦੇ ਵਿੱਚ, ਅਤੇ ਕੰਤ ਉਹਨਾਂ ਦੇ ਕੋਲ ਹੀ। ਸਤਿਗੁਰੂ ਜੀ ਜਿਹੜੇ ਨੇ ਉਹ ਨਾਮ ਦੇ ਵਿੱਚ ਰਤੇ ਹੋਏ ਹੁੰਦੇ ਨੇ। ਇਸ ਕਰਕੇ ਕਾਲਯੁਗ ਬੋਹਿਤ ਹੋਏ। ਨਾਮ ਵਿੱਚ ਰਤੇ ਹੋਣ ਕਰਕੇ ਸਤਿਗੁਰੂ ਜੀ ਕਲਯੁਗ ਦੇ ਜਹਾਜ਼ ਹੁੰਦੇ ਨੇ। ਜਿਹੜਾ ਵੀ ਸਤਿਗੁਰੂ ਜੀ ਦੇ ਸੰਪਰਕ 'ਚ ਆਉਂਦਾ ਹੈ, ਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਦਾ ਹੈ, ਗੁਰੂ ਦੇ ਮੁਖ ਅਰਵਿੰਦ ਤੋਂ ਬਾਣੀ ਪ੍ਰਵਚਨਾਂ ਨੂੰ ਸੁਣਦਾ ਹੈ, ਅਤੇ ਵਿੱਚ ਬਹੁਤ ਬੈਠਾ ਆਏ, ਉਹ ਸਮਝ ਲਓ ਜਹਾਜ਼ ਦੇ ਵਿੱਚ ਬਹਿ ਗਿਆ। ਅਤੇ ਉਹਦਾ ਵੀ ਸੰਸਾਰ ਤੋਂ ਸੁਖੈਨ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਰ ਉਤਾਰਾ ਹੋ ਜਾਂਦਾ। ਸਤਿਗੁਰੂ ਹੀ ਇੱਕ ਬੋਹਿਤ ਹੈ। ਗੁਰਮੁਖ ਹੋਵੈ ਸੋ ਪਾਰ ਪਵੈ
ਜਿਨ੍ਹਾਂ ਅੰਦਰ ਸੱਚਾ ਸੋਏ। ਪਰ ਸਾਰੇ ਥੋੜ੍ਹੀ ਪਾਰ ਹੋ ਜਾਂਦੇ ਨੇ। ਹੁਣ ਗੁਰੂ ਨੂੰ ਮਿਲਣੇ ਵਾਲੇ ਤਾਂ ਬੜੇ ਨੇ, ਸਤਿਗੁਰੂ ਨੂੰ ਸਭ ਕੋ ਵੇਖਦਾ, ਪਰ ਜਿਹੜੇ ਮੁੱਖ ਆਪਣਾ ਗੁਰੂ ਵੱਲ ਕਰਕੇ ਰੱਖਦੇ ਨੇ, ਮੁੱਖ ਨਹੀਂ ਫੇਰਦੇ, ਮੁੱਖ ਨਾ ਮੁੜਨ। ਜੋ ਆਗਿਆ ਸਾਹਿਬ ਦੀ ਹੁੰਦੀ ਉਹਨੂੰ ਸੱਤ ਕਰਕੇ ਮੰਨਦੇ ਹੈ, ਅਤੇ ਤਨ ਮਨ ਧਨ ਸਾਰਾ ਕੁਛ ਗੁਰੂ ਦੇ ਚਰਨਾਂ ਵਿੱਚ ਸੌਂਪਿਆ ਹੋਇਆ, ਅਤੇ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਣਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਹੀ ਇਸ ਸੰਸਾਰ ਤੋਂ ਪਾਰ ਹੁੰਦੇ ਨੇ। ਪਰ ਇਹ ਬਖਸ਼ਿਸ਼ ਜਿਹੜੀ ਗੁਰੂ ਵੱਲ ਮੂੰਹ ਕਰਕੇ ਰਹਿਣਾ, ਵੀ ਗੁਰੂ ਜੋ ਕਹਿ ਰਿਹਾ ਉਹ ਸੱਤ ਹੈ, ਗੁਰੂ ਦੀ ਇੱਕ ਇੱਕ ਗੱਲ ਨੂੰ ਸੱਤ ਕਰਕੇ ਮੰਨਣਾ, ਕਿਤੇ ਉਹਦੀ ਬਖਸ਼ਿਸ਼ ਹੋਵੇ ਫੇਰ ਕਿਤੇ ਜਾ ਕੇ ਗੁਰੂ ਦੇ ਹੁਕਮ ਨੂੰ ਮੰਨਿਆ ਜਾਂਦਾ। ਨਹੀਂ ਤਾਂ ਇੱਕ ਗੁਰੂ ਦਾ ਹੁਕਮ ਨਹੀਂ ਬਜਾਇਆ ਜਾਂਦਾ। ਸੁਣਿਆ ਸੁਣਦਾ ਹੀ ਨਹੀਂ। ਜੇ ਸੁਣੇਗਾ ਸਮਝੇਗਾ ਫੇਰ ਹੀ ਮੰਨੇਗਾ ਨਾ। ਸੋ ਜਿਨ੍ਹਾਂ ਦੇ ਪੂਰਬਲੇ ਕਰਮ ਸ਼ੁਭ ਹੁੰਦੇ ਨੇ ਉਹਨਾਂ ਨੂੰ ਗੁਰੂ ਦਾ ਹੁਕਮ ਸੁਣਨ ਨੂੰ ਮਿਲਦਾ ਅਤੇ ਫਿਰ ਗੁਰੂ ਦਾ ਹੁਕਮ ਮੰਨਣ ਨੂੰ ਮਿਲਦਾ ਹੈ। ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਉਹ ਹੀ ਪਾਰ ਹੁੰਦੇ ਨੇ। ਕਹਿੰਦੇ ਪੌੜੀ ਆਪੇ ਪਾਰਸ ਆਪ ਧਾਤ ਹੈ, ਆਪ ਕੀ ਧੂਨ ਕੰਚਨ। ਸੋ ਪਾਰ ਬ੍ਰਹਮ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਪਾਰਸ ਹੈ। ਜਿਹੜਾ ਪਾਰਸ ਹੁੰਦਾ ਨਾ ਜੀ, ਇੱਕ ਪੱਥਰ ਦਾ ਟੁਕੜਾ ਨੂੰ ਪੱਥਰ ਹੀ ਕਹਿੰਦੇ, ਕਾਲਪਨਿਕ ਹੈ। ਸੋ ਜੇ ਕਹੀਏ ਕਿਸੇ ਕੋਲ ਪਾਰਸ ਹੋਵੇਗਾ ਅੱਜ ਦੇ ਜ਼ਮਾਨੇ 'ਚ, ਨਹੀਂ ਕਿਸੇ ਦੇਸ਼ ਕੋਲ ਨਹੀਂ ਹੈ। ਹੁਣ ਹੀਰੇ ਨੇ, ਜਿਹਦਾ ਕੋਹਿਨੂਰ ਹੀਰਾ ਸੰਗਰਾਇਣ ਦੇ ਵਿੱਚ ਪਿਆ, ਪਤਾ ਵੀ ਹੈਗਾ ਪਿਆ। ਸੋ ਜੇ ਪਾਰਸ ਹੁੰਦਾ ਹੈ ਅਤੇ ਕਿਸੇ ਨਾ ਕਿਸੇ ਰਾਜੇ ਕੋਲ ਹੋਣਾ ਸੀ ਨਾ, ਜਿਸ ਕਰਕੇ ਪਾਰਸ ਨਹੀਂ ਹੈ, ਕਾਲਪਨਿਕ ਹੈ। ਜਿਹਦਾ ਕਾਮ ਤਿੰਨ ਗਊ ਕਾਲਪਨਿਕ ਹੈ, ਕਲਪ ਬ੍ਰਿਕਸ਼ ਕਾਲਪਨਿਕ ਹੈ। ਇਹਨਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ, ਪਰ ਉਹਨਾਂ ਨੇ ਸਤਿਗੁਰੂ ਜੀ ਨੇ ਨਾਮ ਨੂੰ ਹੀ ਪਾਰਸ ਕਹਿ ਦਿੱਤਾ ਹੈ, ਨਾਮ ਨੂੰ ਹੀ ਕਾਮ ਤਿੰਨ ਗਊ ਕਹਿ ਦਿੱਤਾ, ਅਤੇ ਨਾਮ ਨੂੰ ਹੀ ਕਲਪ ਬ੍ਰਿਕਸ਼ ਕਹਿ ਦਿੱਤਾ, ਕਿਉਂਕਿ ਨਾਮ ਦੇ ਨਾਲ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਸੋ ਇਸ ਕਰਕੇ ਹੁਣ ਇੱਥੇ ਪਾਰਸ ਦੀ ਗੱਲ ਕੀਤੀ, ਕਹਿੰਦੇ ਉਹ ਆਪ ਹੀ ਤਾਂ ਪਾਰਸ ਹੈ। ਅਤੇ ਧਾਤ, ਜਿਹੜੀਆਂ ਧਾਤਾਂ ਪਾਰਸ ਦੇ ਨਾਲ ਲੱਗਦੀਆਂ, ਅਤੇ ਜੋ ਫਿਰ ਲੋਹੇ ਨੂੰ, ਪਿੱਤਲ ਨੂੰ, ਤਾਂਬੇ ਨੂੰ ਉਹ ਸੋਨਾ ਬਣਾ ਦਿੰਦਾ ਪਾਰਸ, ਉਹ ਪਾਰਸ ਰੂਪ ਵੀ ਹੈ ਅਤੇ ਧਾਤ ਰੂਪ ਵੀ ਹੈ, ਅਤੇ ਜਦੋਂ ਸੋਨਾ ਬਣ ਗਿਆ ਸੋਨਾ ਰੂਪ ਵੀ ਹੈ। ਸੋ ਭਾਵ ਸਤਿਗੁਰੂ ਜੀ ਪਾਰਸ ਨੇ, ਗੁਰ ਪਾਰਸ ਹਮ ਲੋ, ਅਤੇ ਸਿੱਖ ਜਿਹੜਾ ਉਹ ਲੋਹਾ ਰੂਪ ਹੈ। ਹੁਣ ਜਿਹਨੂੰ ਗੁਰੂ ਚਾਹੁੰਦਾ ਹੈ ਉਹਨੂੰ ਹੀ ਆਪਣੇ ਨੇੜੇ ਲਾਵੇਗਾ। ਜਿਹੜਾ ਗੁਰੂ ਦੇ ਨਾਲ ਲੱਗ ਗਿਆ ਉਹੀ ਸੋਨਾ ਬਣੇਗਾ। ਸੋ ਭਾਵ ਸੋਨੇ ਤੋਂ ਭਾਵ ਹੈ ਸ਼ੁੱਧੀ, ਵਿਕਾਰਾਂ ਤੋਂ ਖਲਾਸੀ। ਸੋਨੇ ਦਾ ਭਾਵ ਹੁੰਦਾ ਸੋ ਵਿਕਾਰਾਂ ਤੋਂ ਖਲਾਸੀ ਹੋ ਜਾਣੀ, ਸ਼ੁੱਧੀ ਹੋ ਜਾਣੀ, ਤਨ ਮਨ ਦੀ ਸ਼ੁੱਧੀ ਹੋ ਜਾਣੀ। ਉਹਨੂੰ ਕੰਚਨ ਕਿਹਾ। ਕੰਚਨ ਕਾਇਆ ਕੋਟ ਗੜ੍ਹ। ਜਦੋਂ ਇਹ ਕਾਇਆ ਜਿਹੜੀ ਹੈ ਕੰਚਨ ਦੀ ਹੋ ਜਾਂਦੀ, ਪਵਿੱਤਰ ਹੋ ਜਾਂਦੀ ਹੈ, ਇਹਦੇ ਵਿੱਚ ਪਾਪ ਨਹੀਂ ਕੋਈ ਪੈਦਾ ਹੁੰਦਾ, ਫਿਰ ਹਰ ਹਰ ਸਿੱਧਾ, ਫਿਰ ਹਰੀ ਦੀ ਪ੍ਰਾਪਤੀ ਇਸ ਕਾਇਆ ਦੇ ਵਿੱਚੋਂ ਹੈ। ਜਿੰਨਾ ਚਿਕਰ ਸੋ ਇਹ ਤਨ ਮਨ ਪਵਿੱਤਰ ਨਹੀਂ ਹੁੰਦਾ, ਸ਼ੁੱਧ ਨਹੀਂ ਹੁੰਦਾ, ਉਹਨਾਂ ਚਿਕਰ ਕਿੱਥੋਂ ਸੋ ਹਰੀ ਦੀ ਪ੍ਰਾਪਤੀ ਹੋ ਸਕਦੀ ਹੈ। ਸੋ ਆਪ ਹੀ ਪਾਰਸ ਰੂਪ ਹੈ, ਆਪ ਹੀ ਧਾਤ ਰੂਪ ਹੈ, ਆਪ ਹੀ ਸੋਨਾ ਰੂਪ ਹੈ। ਆਪੇ ਠਾਕੁਰ ਸੇਵਕ ਆਪੇ, ਆਪੇ ਹੀ ਪਾਪ ਖੰਡਨ। ਠਾਕੁਰ ਹੁੰਦਾ ਮਾਲਕ, ਪੇ ਮਾਲਕ ਵੀ ਉਹ ਆਪ ਹੈ ਅਤੇ ਸੇਵਕ ਵੀ ਉਹ ਆਪ ਹੈ। ਬ੍ਰਹਮ ਬਿਰਤੀ ਦੀ ਗੱਲ ਹੈ, ਪੇ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ। ਹੁਣ ਤਾਂ ਸੰਸਾਰ ਦੀ ਖੇਡ ਰਚ ਦਿੱਤੀ ਹੈ ਅਕਾਲ ਪੁਰਖ ਨੇ। ਬੜੀ ਭਿੰਨਤਾ ਹੈ ਸੰਸਾਰ ਦੇ ਵਿੱਚ, ਜਾਤੀ ਕਰਕੇ, ਜੌਨਾਂ ਕਰਕੇ, ਸੁਭਾਵਾਂ ਕਰਕੇ ਬੜੀ ਭਿੰਨਤਾ ਆ। ਪਰ ਜਦੋਂ ਕਰਤੇ ਨੇ ਖੇਡ ਹੀ ਨਹੀਂ ਸੀ ਰਚਿਆ, ਉਦੋਂ ਕਿਹੜੀ ਭਿੰਨਤਾ ਸੀ? ਜਦੋਂ ਇਹ ਥਾਟ ਹੀ ਨਹੀਂ ਸੀ ਬਣਾਇਆ, ਜਦੋਂ ਇਹ ਅਡੰਬਰ ਹੀ ਨਹੀਂ ਸੀ ਕੀਤਾ, ਉਦੋਂ ਕਰਤਾ ਪੁਰਖ ਤਾਂ ਫਿਰ ਇਕੱਲਾ ਹੀ ਸੀ ਨਾ। ਹੁਣ ਭਗਤ ਜਨ ਸੋ ਰੱਬ ਨੂੰ ਉਸ ਰੂਪ ਦੇ ਵਿੱਚ ਵੇਖਦੇ ਨੇ। ਇੰਝ ਰੱਬ ਨੂੰ ਜਾਣਨਾ ਸੌਖਾ, ਉੱਦਾਂ ਤਾਂ ਰੱਬ ਜਿਹੜਾ ਹੈ ਸਾਰੀ ਕੁਦਰਤ ਦੇ ਵਿੱਚ ਵੰਡਿਆ ਹੋਇਆ, ਇਹ ਤਾਂ ਸਮਝਣਾ ਔਖਾ ਹੋ ਜਾਵੇਗਾ।
ਸੋ ਸਾਰੇ ਸੰਸਾਰ ਵਿੱਚ ਰਵਿਆ ਹੋਇਆ ਸਮਝਣਾ ਔਖਾ ਹੋ ਜਾਵੇਗਾ। ਜੇ ਸਾਰੇ ਸੰਸਾਰ ਨੂੰ ਇੱਕ ਰੂਪ ਸਮਝ ਲਵੇ ਫਿਰ ਸਮਝਣਾ ਸੌਖਾ ਹੋ ਜਾਂਦਾ ਹੈ। ਸੌਖਾ ਸਮਝਣ ਵਾਸਤੇ ਇਹ ਬਚਨ ਕੀਤੇ ਹੋਏ ਨੇ। ਕਹਿੰਦੇ ਵੀ ਉਹ ਆਪ ਹੀ ਠਾਕੁਰ ਹੈ ਅਤੇ ਸੇਵਕ ਵੀ ਆਪ ਹੈ ਅਤੇ ਆਪ ਹੀ ਪਾਪਾਂ ਨੂੰ ਖੰਡਨ ਕਰਨੇ ਵਾਲਾ ਹੈ। ਸੋ ਜਦੋਂ ਇਹ ਗੱਲ ਸਮਝ ਵਿੱਚ ਪੈਂਦੀ ਹੈ ਸੇਵਕ ਦੇ, ਅਤੇ ਫਿਰ ਉਹ ਗੁਰੂ ਦੇ ਨੇੜੇ ਆਉਣ ਤੋਂ ਘਬਰਾਉਂਦਾ ਨਹੀਂ। ਅਤੇ ਹੁਣ ਜਗਿਆਸੂ ਹੋ ਗਿਆ, ਜਾਗ ਗਿਆ, ਪਤਾ ਲੱਗ ਗਿਆ ਵੀ ਬੜੇ ਮਾੜੇ ਕਰਮ ਕੀਤੇ ਹੋਏ ਨੇ, ਕੰਬਦਾ, ਡਰਦਾ, ਭੈ ਖਾਂਦਾ ਵੀ ਮੈਂ ਤਾਂ ਬਹੁਤ ਮਾੜੇ ਕਰਮ ਕੀਤੇ ਨੇ ਅਤੇ ਗੁਰੂ ਕੀ ਕਹੇਗਾ ਮੈਨੂੰ। ਅਤੇ ਜਦੋਂ ਪਤਾ ਲੱਗਦਾ ਕਿ ਸਤਿਗੁਰੂ ਜੀ ਮਹਾਰਾਜ ਦੇ ਸ਼ਰਨ ਵਿੱਚ ਜਦੋਂ ਸੇਵਕ ਜਾਂਦਾ ਢਹਿ ਪੈਂਦਾ ਅਤੇ ਉਹਦੇ ਪਾਪ ਖੰਡਨ ਕਰਨ ਲੱਗਿਆ ਉਹ ਦੇਰੀ ਨਹੀਂ ਲਾਉਂਦਾ, ਫਿਰ ਕਿਸੇ ਕੋ ਪੁੱਛ ਕੇ ਵੀ ਨਹੀਂ ਪਾਪ ਖੰਡਨ ਕਰਦਾ। ਇਕੱਲਾ ਉਹ ਪਾਪ ਹੀ ਖੰਡਨ ਨਹੀਂ ਕਰਦਾ, ਕਹਿੰਦੇ ਆਪਣਾ ਨਾਮ ਵੀ ਦੇ ਦਿੰਦਾ। ਤਦ ਕਰਕੇ ਕੱਲ੍ਹ ਨੂੰ ਹੁਣ ਪਾਪ ਵਾਲੀ ਇਹਦੀ ਬਿਰਤੀ ਨਾ ਹੋਵੇ, ਇਹਦੇ ਅੰਦਰੋਂ ਪਾਪ ਪੈਦਾ ਹੀ ਨਾ ਹੋਵੇ। ਕਿਉਂਕਿ ਪੂਰਾ ਮਾਲਕ ਜਦੋਂ ਦਾਤ ਦਿੰਦਾ ਤਾਂ ਪੂਰੀ ਦਿੰਦਾ, ਅਧੂਰੀ ਨਹੀਂ। ਇਹ ਨਹੀਂ ਵੀ ਅੱਜ ਪਾਪ ਖੰਡਨ ਕਰਤੇ, ਬਿਰਤੀ ਬਣਾਈ ਨਹੀਂ ਸ਼ੁੱਧ ਪਵਿੱਤਰ, ਫਿਰ ਕੱਲ੍ਹ ਨੂੰ ਫਿਰ ਪਾਪ ਕਰਦਾ, ਨਹੀਂ। ਜਦੋਂ ਉਹ ਸੇਵਕ 'ਤੇ ਪ੍ਰਸੰਨ ਹੋ ਗਿਆ, ਪਾਪਾਂ ਨੂੰ ਖੰਡਨ ਵੀ ਕਰਦਾ, ਪਾਪਾਂ ਵਾਲੀ ਬਿਰਤੀ ਦਾ ਨਾਸ਼ ਕਰ ਦਿੰਦਾ ਅਤੇ ਨਾਮ ਦੀ ਦਾਤ ਦੇ ਦਿੰਦਾ ਹੈ। ਸੋ ਭਾਵ ਉਹ ਆਪਣੇ ਸੇਵਕ ਦੇ ਸੁਭਾਅ ਨੂੰ ਹੀ ਉਹ ਚੇਂਜ ਕਰ ਦਿੰਦਾ ਹੈ। ਆਪੇ ਸਭ ਕਟ ਭੋਗਵੈ ਸੁਆਮੀ, ਆਪੇ ਹੀ ਸਭ ਅੰਜਮ। ਘਟ ਜਿਤਨੇ ਵੀ ਸਰੀਰ ਨੇ, ਜਿਤਨੇ ਵੀ ਹਿਰਦੇ ਨੇ, ਸਾਰਿਆਂ ਦੇ ਸਰੀਰਾਂ ਦੇ ਵਿੱਚ, ਸਾਰਿਆਂ ਦੇ ਅੰਦਰ ਬੈਠ ਕੇ ਉਹ ਸਾਰੇ ਪਦਾਰਥਾਂ ਨੂੰ ਆਪ ਹੀ ਭੋਗ ਰਿਹਾ ਹੈ। ਆਪੇ ਹੀ ਸਭ ਅੰਜਨ, ਅੰਜਨ ਮਾਇਆ ਨੂੰ ਕਿਹਾ ਜਾਂਦਾ। ਜਿਹੜੀ ਮਾਇਆ ਸਰਬ ਵਿਆਪਕ ਹੈ ਔਰ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਇਹ ਪੈਦਾ ਹੋਈ ਹੈ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮਾਇਆ ਸਾਰੀ ਖੇਡ ਖੇਡ ਰਹੀ ਹੈ। ਸੋ ਮਾਇਆ ਅਕਾਲ ਪੁਰਖ ਦੇ ਹੁਕਮ 'ਚ ਪੈਦਾ ਹੋਈ, ਇਸ ਕਰਕੇ ਸਰਬ ਵਿਆਪਕ ਹੈ। ਜਿੱਥੇ ਜਿੱਥੇ ਵੀ ਮਾਇਆ ਹੈ ਉੱਥੇ ਉੱਥੇ ਪਾਰ ਬ੍ਰਹਮ ਪਰਮੇਸ਼ਰ ਹੈ। ਇੰਝ ਕਹਿ ਲਈਏ ਜਿੱਥੇ ਰੱਬ ਹੈ ਉੱਥੇ ਮਾਇਆ। ਮਹਾਰਾਜ ਬਾਣੀ ਕਹਿੰਦੀ ਮਹਾਂ ਮਾਇਆ ਤਾਂ ਕੀ ਹੈ ਛਾਇਆ। ਸੋ ਸਰਬ ਵਿਆਪਕ ਹੈ ਨਾ। ਸੋ ਆਪ ਹੀ ਮਾਇਆ ਦੁਆਰਾ ਸੰਸਾਰ ਨੂੰ ਪੈਦਾ ਕਰਨੇ ਵਾਲਾ, ਅਤੇ ਸੰਸਾਰ ਨੂੰ ਪੈਦਾ ਕਰਕੇ ਹਰ ਇੱਕ ਆਕਾਰ ਦੇ ਵਿੱਚ ਵੀ ਉਹ ਹੈ ਅਤੇ ਨਿਰਾਕਾਰ ਦੇ ਵਿੱਚ ਵੀ ਉਹ ਹੈ। ਸੋ ਇਸ ਕਰਕੇ ਮਹਾਰਾਜ ਪਾਤਸ਼ਾਹ ਨੇ ਇੱਥੇ ਬਚਨ ਕਰ ਦਿੱਤਾ ਹੈ, ਕਹਿੰਦੇ ਭਾਈ ਸੋ ਆਪ ਹੀ ਉਹ ਅੰਜਨ, ਸੋ ਜਿਤਨੀ ਵੀ ਉਸਨੇ ਮਾਇਆ ਪੈਦਾ ਕੀਤੀ ਹੈ ਅਤੇ ਉਹ ਸਾਰਿਆਂ ਦੇ ਵਿੱਚ ਉਸ ਦਾ ਸਰੂਪ ਹੈ। ਆਪ ਵਿਵੇਕ ਆਪ ਸਭ ਬੇਤਾ, ਆਪੇ ਗੁਰਮੁਖ ਭੰਜਨ। ਵਿਵੇਕ ਹੁੰਦਾ ਨਿਰਮਲ ਬੁੱਧ ਵਾਲਾ। ਹੁਣ ਜਿਨ੍ਹਾਂ ਗੁਰਮੁਖਾਂ ਦੇ ਕੋਲ ਵਿਵੇਕ ਬੁੱਧ ਆ ਜਾਂਦੀ ਹੈ ਅਤੇ ਉਹਨਾਂ ਦਾ ਜੀਵਨ ਬੜਾ ਨਿਰਮਲ ਹੋ ਜਾਂਦਾ, ਬੜਾ ਪਵਿੱਤਰ ਹੋ ਜਾਂਦਾ ਹੈ। ਪਹਿਲੋਂ ਵਿਵੇਕ ਬੁੱਧ ਭਾਵ ਨਿਰਮਲ ਖਿਆਲਾਤ ਹੋ ਗਏ, ਫਿਰ ਬੁੱਧ ਹੋਰ ਤੀਖਣ ਹੁੰਦੀ ਹੈ, ਫਿਰ ਇਹ ਬੁੱਧੀ ਦੇ ਦੁਆਰਾ ਹੀ ਸੋ ਆਪਣੇ ਅੰਦਰੋਂ ਦਵੈਤ ਭਾਵ ਨੂੰ ਖਤਮ ਕਰਕੇ ਇੱਕ ਹੁੰਦਾ। ਮਹਾਰਾਜ ਕਹਿੰਦੇ ਜੇ ਕੋ ਹੋਏ ਤਾਂ ਉਗੂ ਹੈ, ਰੁੱਤੀ ਹੂ ਰੁੱਤ ਹੋਏ। ਸੋ ਜਿੰਨਾ ਚਿਕਰ ਅੰਦਰੋਂ ਇੱਕ ਨਹੀਂ ਹੁੰਦਾ ਹੈ ਉਨਾ ਚਿਕਰ ਬੰਦਗੀ ਦਾ ਬੂਟਾ ਪੈਦਾ ਨਹੀਂ ਹੁੰਦਾ। ਉਹਨਾਂ ਚਿਕਰ ਜਿਹੜੇ ਆ ਵਚਨ ਆਉਂਦੇ ਨੇ ਵੀ ਅੰਦਰ ਸਿਮਰਨ ਚੱਲਦਾ ਹੈ, ਅੰਦਰੋਂ ਸੁਰਤੀ ਬਿਰਤੀ ਲੱਗਦੀ ਹੈ। ਸੋ ਸਮਾਧੀ ਜਿਹੜੀ ਆ ਜੋਗੀਆਂ ਵਾਲੀ ਨਹੀਂ, ਗੁਰਮੁਖਾਂ ਵਾਲੀ ਸਮਾਧੀ। ਸੋ ਇਹ ਬਿਰਤੀ ਜੁੜਦੀ ਹੈ, ਫੁਰਨਿਆਂ ਤੋਂ ਰਹਿਤ ਹੁੰਦਾ ਹੈ। ਅਤੇ ਜਦੋਂ ਉਹਦੀ ਬੁੱਧ ਆਪਣੇ ਆਪ ਨੂੰ ਇੱਕ ਰੂਪ ਦੇ ਵਿੱਚ ਸਮਝਣ ਲੱਗ ਪੈਂਦੀ ਹੈ। ਹੁਣ ਜੀਵ ਅਤੇ ਈਸ਼ ਨੂੰ ਅੱਡ ਅੱਡ ਨਹੀਂ ਸਮਝਦਾ, ਹੁਣ ਮਨ ਅਤੇ ਚਿੱਤ ਨੂੰ ਅੱਡ ਅੱਡ ਨਹੀਂ ਸਮਝਦਾ।
ਮਨ ਨੂੰ ਸਮਝਾ ਲਿਆ ਕਿ ਤੂੰ ਜੋਤ ਰੂਪ ਹੈ। ਬੁੱਧੀ ਨੇ ਗੁਰਬਾਣੀ ਤੋਂ ਗਿਆਨ ਲੈ ਕੇ ਮਨ ਨੂੰ ਇਹ ਬਾਤ ਸਮਝਾ ਦਿੱਤੀ ਅਤੇ ਮਨ ਚਿੱਤ ਦੇ ਨਾਲ ਜੁੜ ਗਿਆ, ਇੱਕ ਹੋ ਗਿਆ। ਇਹ ਬੁੱਧ ਹੁੰਦੀ, ਮੈਨੂੰ ਵਿਵੇਕ ਬੁੱਧ ਕਿਹਾ ਜਾਂਦਾ ਹੈ। ਹੁਣ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਆਪ ਹੀ ਵਿਵੇਕ ਬੁੱਧ ਰੂਪ ਹੋ ਕੇ ਗੁਰਮੁਖਾਂ ਦੇ ਵਿੱਚ ਵਰਤਦਾ ਅਤੇ ਆਪ ਸਭ ਬੇਤਾ, ਆਪ ਹੀ ਸਾਰਿਆਂ ਦਾ ਜਾਣਕਾਰ ਬਣ ਜਾਂਦਾ। ਹੁਣ ਜਿਹਦੀ ਵਿਵੇਕ ਬੁੱਧ ਹੋ ਗਈ ਉਹਨੂੰ ਸਭ ਕਾਸੇ ਦੀ ਸੋਝੀ ਪੈ ਜਾਂਦੀ ਹੈ। ਸਭ ਤੋਂ ਪਹਿਲੀ ਗੱਲ ਹੈ ਉਹਨੂੰ ਆਪਣੇ ਅੰਤਰ ਆਤਮੇ ਦੀ ਸੋਝੀ ਪੈਂਦੀ, ਆਪਣੇ ਆਪ ਦਾ ਗਿਆਨ ਹੋ ਜਾਣਾ ਬੜੀ ਵੱਡੀ ਗੱਲ ਹੈ। ਸੋ ਬੰਦਾ ਸਾਰੀ ਜ਼ਿੰਦਗੀ 3 ਅਵਸਥਾ ਆਪਣੀਆਂ ਭੋਗਦਾ, ਬਾਲ, ਜਵਾਨੀ ਅਤੇ ਬਿਰਧ, 3 ਅਵਸਥਾ ਭੋਗ ਕੇ ਅਤੇ ਇੱਥੋਂ ਤੁਰਦਾ ਬਣਦਾ, ਇਹਨੂੰ ਆਪਣੇ ਆਪ ਦੀ ਸੋਝੀ ਨਹੀਂ ਹੁੰਦੀ ਹੈ। ਜਦੋਂ ਵਿਵੇਕ ਬੁੱਧ ਇਸ ਨੂੰ ਗੁਰੂ ਤੋਂ ਪ੍ਰਾਪਤ ਹੁੰਦੀ ਹੈ, ਫਿਰ ਇਹਨੂੰ ਆਪਣੇ ਆਪ ਦੀ ਸੋਝੀ ਪੈ ਜਾਂਦੀ ਹੈ। ਇਹਨੂੰ ਪਤਾ ਲੱਗ ਜਾਂਦਾ ਵੀ ਮੈਂ ਮਰਨਾ ਨਹੀਂ ਹੈ, ਮੈਂ ਇਸ ਸਰੀਰ ਤੋਂ ਪਹਿਲੋਂ ਵੀ ਮੇਰੀ ਹੋਂਦ ਸੀ ਅਤੇ ਜਦੋਂ ਸਰੀਰ ਇਹ ਖਤਮ ਹੋਣਾ, ਠੀਕਰਾ ਭੱਜਣਾ, ਉਸ ਤੋਂ ਬਾਅਦ ਵੀ ਮੇਰੀ ਹੋਂਦ ਰਹਿਣੀ ਹੈ। ਇੱਕ ਲੰਬਾ ਸਫ਼ਰ ਹੈ, ਬਹੁਤ ਵੱਡਾ ਸਫ਼ਰ ਜਿਹੜਾ ਹੋ ਚੁੱਕਾ ਆ। ਜਦੋਂ ਇਸ ਨੂੰ ਆਪਣੇ ਸਫ਼ਰ ਦਾ ਗਿਆਨ ਹੁੰਦਾ ਹੈ ਨਾ, ਅਤੇ ਫੇਰ ਹੀ ਤੜਲਾ ਕਰਦਾ ਕਿ ਫੇਰ ਹੀ ਕਹਿੰਦਾ ਮੈਂ ਥੱਕ ਗਿਆ ਜੀ ਬਹੁਤ, ਅਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੈ, ਵੀ ਮੈਂ ਹੁਣ ਨਹੀਂ ਜਨਮ ਲੈਣਾ ਚਾਹੁੰਦਾ, ਜੰਮਣਾ ਮਰਨਾ, ਅਤੇ ਮੈਂ ਥੱਕ ਚੁੱਕਾ ਹਾਂ, ਸੋ ਕਿਰਪਾ ਕਰਕੇ ਮੇਰਾ ਇਹ ਸੰਕਟ ਕੱਟ ਦਿਓ। ਫੇਰ ਹੀ ਕਹੂਗਾ। ਜੇ ਹੁਣ ਵਿਵੇਕ ਬੁੱਧ ਹੀ ਨਹੀਂ ਹੈ ਅਤੇ ਬਿਰਧ ਵੀ ਹੋ ਗਿਆ ਨਾ, ਇਹਨੂੰ ਗਿਆਨ ਨਹੀਂ ਆਉਣਾ। ਸੋ ਇਹਦੀ ਲਾਲਸਾ ਵੱਧ ਜਾਂਦੀ ਹੈ, ਸੋ ਇਹਦੀ ਤਮਾ ਵੱਧ ਜਾਂਦੀ ਹੈ, ਇਹਦੀ ਤ੍ਰਿਸ਼ਨਾ ਵੱਧ ਜਾਂਦੀ ਹੈ। ਸੋ ਬਿਨਾਂ ਵਿਵੇਕ ਬੁੱਧ ਤੋਂ ਗੱਲ ਨਹੀਂ ਬਣਨੀ। ਇਸ ਕਰਕੇ ਜਿਨ੍ਹਾਂ ਨੂੰ ਵਿਵੇਕ ਬੁੱਧ ਪ੍ਰਾਪਤ ਹੁੰਦੀ, ਫਿਰ ਉਹ ਆਪ ਹੀ ਬੇਤਾ ਜਾਣਕਾਰ ਬਣਦਾ, ਆਪੇ ਗੁਰਮੁਖ ਭੰਜਨ, ਅਤੇ ਆਪ ਹੀ ਪਾਪਾਂ ਨੂੰ ਉਹ ਭੰਨਦਾ ਹੈ। ਗੁਰਮੁਖ ਸੁਭਾਵ, ਸੋ ਜਿਹੜਾ ਮਨ ਹੈ ਉਹਦਾ ਮੂੰਹ ਗੁਰੂ ਵੱਲ ਕਰਕੇ ਉਹਦੇ ਪਾਪਾਂ ਨੂੰ ਭੰਨਦਾ ਹੈ, ਉਹਨੂੰ ਗੁਰਮੁਖ ਬਣਾ ਦਿੰਦਾ ਹੈ। ਜਿਹੜਾ ਮਨ ਗੁਰਮੁਖ ਬਣ ਗਿਆ ਉਹਦੇ ਹੀ ਪਾਪ ਭੱਜਣੇ ਨੇ ਜੀ। ਜਨ ਨਾਨਕ ਸਾਲਾਹੀ ਨਾ ਰਜੈ ਤੁਧ ਕਰਤੇ, ਤੂੰ ਹਰ ਸੁਖ ਦਾਤਾ ਵਡਨ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਹੇ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਸਿਫਤ ਸਲਾਹ ਕਰਦਿਆਂ ਰਾਜੇ ਹੀ ਨਹੀਂ ਆਉਂਦਾ, ਅਤੇ ਜਿੰਨਾ ਕੁ ਤੂੰ ਸੁੱਖ ਦਿੱਤਾ, ਜਿਹੜਾ ਅੰਦਰਲਾ ਸੁੱਖ ਹੈ, ਜਿਹੜਾ ਸੁੱਖ ਕਦੀ ਭੰਗ ਨਹੀਂ ਹੁੰਦਾ, ਇਹ ਸੁੱਖ ਹੁੰਦਾ ਵੱਡਨ। ਦੁਨਿਆਵੀ ਸਾਰਿਆਂ ਸੁੱਖਾਂ ਨਾਲੋਂ ਚਰਣਾ ਕਮਲਾਂ ਦਾ ਸੁੱਖ ਵੱਡਾ ਹੁੰਦਾ ਹੈ। ਨਾਮ ਦਾ ਸੁੱਖ, ਬਾਣੀ ਦਾ ਸੁੱਖ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਬੇਨਤੀ ਕਰਦੇ, ਕਹਿੰਦੇ ਤੁਸੀਂ ਮੈਨੂੰ ਇਹ ਵੱਡਾ ਸੁੱਖ ਬਖਸ਼ਿਆ, ਐਸਾ ਸੁੱਖ ਸੋ ਜਿਸ ਵਰਗਾ ਹੋਰ ਕੋਈ ਦੁਨਿਆਵੀ ਸੁੱਖ ਨਹੀਂ ਹੈ, ਅਤੇ ਤੇਰਾ ਕੁਟਾਨ ਕੋਟ ਸ਼ੁਕਰ ਹੈ ਵੀ ਤੁਸਾਂ ਨੇ ਮੈਨੂੰ ਇਹ ਸੁੱਖ ਬਖਸ਼ਿਸ਼ ਕਰ ਦਿੱਤਾ ਹੈ। ਸੋ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼, ਜੋ ਕਿ ਗੁਰੂ ਸਾਹਿਬ ਜੀ ਦੇ, ਸੋ ਉਹਨਾਂ ਦੀ ਕਿਰਪਾ ਦੇ ਨਾਲ ਆਪਾਂ ਸਰਵਣ ਕੀਤਾ ਜੀ। ਮਹਾਰਾਜ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵ ਹਰੀ ਖੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੁਮ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੁਮ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਕਾਰੇ ਤੇਰਾ ਕਾਰ ਸਭ ਸਵਾਰਣਾ। ਸਭਨਾਂ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾਂ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਤੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਖੰਡੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਾਂ, ਜਿਸ ਦੀਆਂ ਇਹ ਵਡਿਆਈਆਂ।
ਕਹੈ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੋ ਸਾਚਾ ਨਾਮ ਮੇਰਾ ਆਨਹਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਨੀਆਂ। ਪੰਜ ਦੂਤ ਦਵਸ ਕੀਤੇ ਕਾਲ ਕੰਠਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਖੋਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੂੰ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀਆਂ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਬਹਿ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੁਇਦਾਈ ਦਾਇਆ ਖੇਲ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਜਲੈ ਖੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਤੁਮ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਕੋਈ ਨ ਜਾਣੈ ਤੁਮਰਾ ਅੰਤ। ਉੱਚੇ ਤੇ ਉੱਚਾ ਭਗਵੰਤ, ਸਰ ਸਮਗਰੀ ਤੁਮਰੈ ਸੂਤਰ ਧਾਰੀ। ਤੁਮ ਤੇ ਹੋਏ ਸੋ ਆਗਿਆ, ਤੁਮਰੀ ਗਾ